Hello students, myself Dr. Amit Juneja, lecturer economics, Shahid Balwinder Singh, Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇਸ ਚੈਨਲ ਦੇ ਵਿੱਚ ਤੇ ਇਸ ਲੈਕਚਰ ਦੇ ਵਿੱਚ। ਅੱਜ ਦਾ ਜੋ ਆਪਣਾ ਚੈਪਟਰ ਹੈ ਉਹ ਹੈ ਇਨਵੈਸਟਮੈਂਟ ਮਲਟੀਪਲਾਇਰ यानी कि निवेश गुणक। ठीक है, ਤਾਂ ਆਪਾਂ ਇਹ ਦੇਖਾਂਗੇ ਕਿ ਨਿਵੇਸ਼ ਗੁਣਕ ਕੀ ਚੀਜ਼ ਹੁੰਦਾ ਹੈ ਅਤੇ ਨਾਲ ਦੇ ਨਾਲ ਆਪਾਂ ਉਸ ਦੀ ਪ੍ਰਕਿਰਿਆ ਵੀ ਦੇਖਾਂਗੇ ਵੀ ਨਿਵੇਸ਼ ਗੁਣਕ ਜਿਹੜਾ ਹੈ ਉਹ ਕਿਵੇਂ ਕੰਮ ਕਰਦਾ ਹੈ। ਤਾਂ ਇਹ ਆਪਣਾ ਚੈਪਟਰ ਜਿਹੜਾ ਹੈ ਉਹ ਹੈ ਨਿਵੇਸ਼ ਗੁਣਕ ਅਤੇ ਉਸ ਦੀ ਪ੍ਰਕਿਰਿਆ। ਹੁਣ ਨਿਵੇਸ਼ ਗੁਣਕ ਹੁੰਦਾ ਕੀ ਚੀਜ਼ ਹੈ, ਉਹ ਕਿਵੇਂ ਕੰਮ ਕਰਦਾ ਹੈ। अगर ਆਪਾਂ ਇਹਨੂੰ ਸਿੱਧਾ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਕਨਸੈਪਟ ਕਲੀਅਰ ਨਹੀਂ ਹੋਏਗਾ। ਤਾਂ ਇਹਦੇ ਵਾਸਤੇ ਆਪਾਂ ਨੂੰ ਆਪਣੀ ਪਿਛਲੀ ਨੌਲੇਜ ਜਿਹੜੀ ਹੈ ਨਾ ਉਹ ਇੱਥੇ ਲੈ ਕੇ ਆਣੀ ਪਏਗੀ। ਕਿਹੜੀ? ਕੇਨਜ਼ ਦੀ। ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਆ, ਦੋ ਚੀਜ਼ਾਂ ਕਰਦੇ ਆ। ਆਪਾਂ ਨਾ ਦੋ ਡਾਇਗਰਾਮ ਬਣਾਉਂਦੇ ਆ। ਤਾਂ ਦੋ ਡਾਇਗਰਾਮ ਜਿਹੜੀਆਂ ਨੇ ਉਹ ਕਿਹੜੀਆਂ ਬਣਨਗੀਆਂ, ਉਹਨਾਂ ਦੋਨਾਂ ਡਾਇਗਰਾਮਸ ਦੇ ਵਿੱਚ ਨਾ ਮੈਂ ਕੁੱਲ ਮੰਗ ਤੇ ਕੁੱਲ ਪੂਰਤੀ ਵਿਧੀ ਨੂੰ ਵਰਤਾਂਗਾ। ਉਹਦੇ ਵਾਸਤੇ ਕੀ ਕਰਾਂਗੇ, ਆਪਾਂ ਜਿਹੜਾ ਆਪਣਾ x ਐਕਸਿਸ ਹੈ ਉੱਥੇ ਕੀ ਲਾਂਗੇ, ਕੁੱਲ ਪੂਰਤੀ ਲਾਂਗੇ, ਨਾਲ ਦੇ ਨਾਲ ਆਪਾਂ ਆਮਦਨ ਲਾਂਗੇ, ਫਿਰ ਉਤਪਾਦਨ ਲਾਂਗੇ, ਫਿਰ ਰੁਜ਼ਗਾਰ ਲਾਂਗੇ। ਮੈਂ ਹਮੇਸ਼ਾ ਕਹਿੰਦਾ ਜੋ ਮਰਜ਼ੀ ਲਿਖ ਲਓ ਕੋਈ ਫਰਕ ਨਹੀਂ, ਸਭ ਸੇਮ ਹੈ। ਤਾਂ ਇੱਧਰ ਆਪਾਂ ਕੀ ਲਾਵਾਂਗੇ, ਕੁੱਲ ਮੰਗ। ਤਾਂ ਇੱਧਰ ਮੈਂ ਕੁੱਲ ਮੰਗ ਲੈ ਲਈ, ਇੱਧਰ ਮੈਂ ਕੁੱਲ ਪੂਰਤੀ ਲੈ ਲਈ। ਤਾਂ ਸ਼ੁਰੂਆਤ ਦੇ ਵਿੱਚ ਆ ਆਪਣੀ ਕੁੱਲ ਪੂਰਤੀ ਵਕਰ ਹੈ ਜਿਹੜੀ 45 ਡਿਗਰੀ ਤੇ ਜਾ ਰਹੀ ਹੈ। ਉਸ ਤੋਂ ਬਾਅਦ ਕੀ ਹੋ ਗਿਆ, ਇਹ ਸਥਿਰ ਹੋ ਗਈ। ਤਾਂ ਆ ਬਣ ਗਿਆ ਆਪਣੀ ਕੁੱਲ ਪੂਰਤੀ ਵਕਰ, ਆ ਗਿਆ ਆਪਣੀ ਅਰਥ ਵਿਵਸਥਾ ਦੇ ਵਿੱਚ ਪੂਰਨ ਰੁਜ਼ਗਾਰ। ਠੀਕ ਹੈ, ਇਹ ਸ਼ੁਰੂਆਤੀ ਹਾਲਾਤ ਹੈ ਆਪਣੀ ਕੁੱਲ ਪੂਰਤੀ ਵਕਰ ਦੀ। ਆਪਣੀ ਸ਼ੁਰੂਆਤ ਦੀ ਕੁੱਲ ਮੰਗ ਜਿਹੜੀ ਹੈ ਉਹ AD ਹੈ, ਜਿਹੜੀ ਕਿੰਨੇ ਬਰਾਬਰ ਹੈ, ਉਪਭੋਗ ਜਮਾ ਨਿਵੇਸ਼ ਦੇ ਬਰਾਬਰ ਹੈ। ਆ ਹੋ ਗਿਆ। ਇਹਦੇ ਮੁਤਾਬਿਕ ਸੰਤੁਲਨ ਆਇਆ E ਪੁਆਇੰਟ ਤੇ। ਤਾਂ ਇਹਦਾ ਮਤਲਬ ਆਪਣੀ ਅਰਥ ਵਿਵਸਥਾ ਦੇ ਵਿੱਚ ਕੰਮ ਮਿਲੇਗਾ ON1 ਲੋਕਾਂ ਨੂੰ। ਠੀਕ ਹੋ ਗਿਆ। ਐਂ ਇੱਕ ਡਾਇਗਰਾਮ ਹੋਰ ਬਣਾ ਲੈਂਦੇ ਆ, ਬਿਲਕੁਲ ਸੇਮ, ਕੋਈ ਫਰਕ ਨਹੀਂ ਰੱਖਣਾ। ਉਹਦੇ ਵਿੱਚ ਵੀ ਕੁੱਲ ਮੰਗ ਤੇ ਕੁੱਲ ਪੂਰਤੀ ਵਿਧੀ ਹੀ ਦਿਖਾਣੀ ਹੈ। ਤਾਂ ਜਿਹੜਾ y ਐਕਸਿਸ ਰਹੇਗਾ ਉਹਦੇ ਤੇ ਕੁੱਲ ਮੰਗ ਲੈ ਲਾਂਗੇ, ਜਿਹੜਾ x ਐਕਸਿਸ ਰਹੇਗਾ ਉਹਦੇ ਉੱਪਰ ਉਵੇਂ ਹੀ ਕੁੱਲ ਪੂਰਤੀ, ਨਾਲ ਦੇ ਨਾਲ ਆਮਦਨ, ਨਾਲ ਦੇ ਨਾਲ ਰੁਜ਼ਗਾਰ ਤੇ ਨਾਲ ਦੇ ਨਾਲ ਕੀ ਹੋਏਗਾ, ਉਤਪਾਦਨ। ਤਾਂ ਇੱਥੇ ਲੈ ਲਾਂਗੇ। ਤਾਂ ਸ਼ੁਰੂਆਤ ਚ ਕੁੱਲ ਪੂਰਤੀ ਵਕਰ ਬਣਾਣੀ ਹੈ, 0 ਤੋਂ ਸ਼ੁਰੂ ਹੋਏਗੀ, ਪਹਿਲਾਂ 45 ਡਿਗਰੀ ਤੇ ਜਾਏਗੀ, ਉਸ ਤੋਂ ਬਾਅਦ ਕੀ ਹੋ ਜਾਏਗਾ, ਸਥਿਰ ਹੋ ਜਾਏਗੀ। ਤਾਂ ਆ F ਪੁਆਇੰਟ ਜਿਹੜਾ ਹੈ ਇਹ ਆਪਣੇ ਪੂਰਨ ਰੁਜ਼ਗਾਰ ਦਾ ਪੁਆਇੰਟ ਜਿਹੜਾ ਹੈ ਉਹ ਆ ਗਿਆ। ਯਾਨੀ ਆਪਣੇ ਅਰਥ ਵਿਵਸਥਾ ਦੇ ਵਿੱਚ ON ਲੋਕ ਹੈ ਜਿਹੜੇ ਕੀ ਕੰਮ ਕਰਨ ਵਾਲੇ ਨੇ। ਤਾਂ ਸ਼ੁਰੂਆਤ ਦੇ ਵਿੱਚ ਆਪਣੀ ਜਿਹੜੀ ਕੁੱਲ ਮੰਗ ਹੈ ਉਹ ਆ ਹੈ AD, ਜਿਹੜੀ ਕਿੰਨੇ ਬਰਾਬਰ ਹੈ C plus I ਦੇ ਬਰਾਬਰ। E ਪੁਆਇੰਟ ਤੇ ਸੰਤੁਲਨ ਹੈ, ਮਤਲਬ ਆਪਾਂ N1 ਲੋਕਾਂ ਨੂੰ ਪ੍ਰੈਜ਼ੈਂਟਲੀ ਕੰਮ ਦੇ ਰਹੇ। ਇਹ ਆਪਣੇ ਪ੍ਰੈਜ਼ੈਂਟ ਹਾਲਾਤ ਨੇ। ਹੁਣ ਕੇਨਸ ਕਹਿੰਦੇ ਆ ਵੀ ਆਪਾਂ ਕੁੱਲ ਮੰਗ ਨੂੰ ਅਗਰ ਵਧਾ ਦਈਏ ਤਾਂ ਹੁਣ ਸੋਚੋ ਵੀ ਕੁੱਲ ਮੰਗ ਕਿਵੇਂ ਵਧੇਗੀ। ਮੈਂ ਆਪਣੇ ਪਿਛਲੇ ਚੈਪਟਰ ਦੇ ਵਿੱਚ ਇਹ ਚੀਜ਼ ਸਮਝਾਈ ਸੀ ਵੀ ਜਦੋਂ ਵੀ ਕੁੱਲ ਮੰਗ ਨੂੰ ਵਧਾਣਾ ਹੈ ਤਾਂ ਸੋਚੋਗੇ ਦੋ ਆਪਸ਼ਨਸ ਨੇ। ਆਪਾਂ ਚਾਹੁੰਦੇ ਆ ਵੀ ਆ ਆਪਣੀ ਕੁੱਲ ਮੰਗ ਹੈ AD, ਇਹ ਹੈ ਉਪਭੋਗ ਜਮਾ ਨਿਵੇਸ਼। ਮੈਂ ਚਾਹੁੰਦਾ ਵੀ ਇਹਦਾ ਮੁੱਲ ਜਿਹੜਾ ਹੈ ਉਹ ਵੱਧ ਜਾਵੇ। ਤਾਂ ਕੀ ਕਰਨਾ ਪਏਗਾ, ਜਾਂ ਤਾਂ ਉਪਭੋਗ ਦਾ ਮੁੱਲ ਵਧਾ ਲਓ, ਜਾਂ ਨਿਵੇਸ਼ ਦਾ ਮੁੱਲ ਵਧਾ ਲਓ, ਜਾਂ ਦੋਵਾਂ ਦਾ ਮੁੱਲ ਵਧਾ ਲਓ। ਤਿੰਨ ਹੀ ਆਪਸ਼ਨ, ਇਸ ਤੋਂ ਇਲਾਵਾ ਤਾਂ ਆਪਸ਼ਨ ਹੀ ਨਹੀਂ ਹੈ। ਪਰ ਕੇਨਸ ਕਹਿੰਦੇ ਆ ਵੀ ਜਿਹੜਾ ਉਪਭੋਗ ਹੈ ਉਹਨੂੰ ਬਦਲਣਾ ਪੋਸੀਬਲ ਨਹੀਂ ਹੈ, ਕਿਉਂਕਿ ਕੇਨਸ ਹਮੇਸ਼ਾ ਨਾ ਅਲਪਕਾਲ ਨੂੰ ਲੈ ਕੇ ਚੱਲਦੇ ਆ। ਉਹ ਕਹਿੰਦੇ ਟਾਈਮ ਇੰਨਾ ਕੁ ਥੋੜਾ ਹੈ ਵੀ ਤੁਸੀਂ ਆਪਣੀਆਂ ਉਪਭੋਗ ਆਦਤਾਂ ਬਦਲ ਨਹੀਂ ਸਕਦੇ। ਮਤਲਬ ਜੋ ਤੁਸੀਂ ਖਾ ਪੀ ਰਹੇ ਹੋ, ਜੋ ਚੀਜ਼ ਤੁਸੀਂ ਵਰਤ ਰਹੇ ਹੋ, ਤੁਸੀਂ ਉਹੀ ਚੀਜ਼ਾਂ ਵਰਤਣੀਆਂ ਨੇ। ਉਪਭੋਗ ਨੂੰ ਅਲਪਕਾਲ ਦੇ ਵਿੱਚ ਬਦਲਣਾ ਸੰਭਵ ਨਹੀਂ ਹੁੰਦਾ। ਮਤਲਬ ਹੁਣ ਮੈਂ ਇਹਨੂੰ ਨਹੀਂ ਬਦਲ ਸਕਦਾ। ਸੋਚੋ ਮੈਂ ਕੀ ਕਿਹਾ ਸੀ, ਤਿੰਨ ਆਪਸ਼ਨਸ ਨੇ, ਇਹਨੂੰ ਬਦਲੋ, ਇਹਨੂੰ ਬਦਲੋ ਜਾਂ ਦੋਵਾਂ ਨੂੰ ਬਦਲੋ। ਜਦੋਂ ਆਹੀ ਨਹੀਂ ਬਦਲ ਸਕਦਾ
एक ऑप्शन गई ਤੇ ਫਿਰ ਦੋਵਾਂ ਨੂੰ ਬਦਲਣ ਵਾਲੀ ਆਪਸ਼ਨ ਵੀ ਗਈ, ਯਾਨੀ ਆਪਸ਼ਨ ਬਚੀ ਇੱਕ। ਯਾਨੀ ਜੇ ਮੈਂ ਹੁਣ ਕੁੱਲ ਮੰਗ ਨੂੰ ਵਧਾਉਣਾ ਚਾਹਨਾ ਤਾਂ ਮੈਨੂੰ ਕੀ ਕਰਨਾ ਪਏਗਾ, ਮੈਨੂੰ ਅਰਥ ਵਿਵਸਥਾ ਦੇ ਵਿੱਚ ਨਿਵੇਸ਼ ਵਧਾਉਣਾ ਪਏਗਾ, ਹੋਰ ਕੋਈ ਆਪਸ਼ਨ ਨਹੀਂ ਹੈ। यानी केन्स की करते हैं अर्थ व्यवस्था दे विच आमदन, रोजगार, उत्पादन, कुल पूर्ति नु ਵਧਾਉਣ वास्ते अगर किसी चीज नु इंपॉर्टेंस दिंदे ने वो कहते ने कुल मंग है। जे कुल मंग ਵਧੇਗੀ ਤਾਂ ਹੀ ਉਤਪਾਦਕ ਜਿਹੜੇ ਨੇ ਉਹ ਪੂਰਤੀ ਵਧਾਣਗੇ, ਜੇ ਪੂਰਤੀ ਵਧਾਣੀ ਹੈ ਤਾਂ ਹੀ ਜ਼ਿਆਦਾ ਉਤਪਾਦਨ ਕਰਨਗੇ, ਤਾਂ ਹੀ ਜ਼ਿਆਦਾ ਲੋਕਾਂ ਨੂੰ ਕੰਮ ਦੇਣਗੇ, ਤਾਂ ਹੀ ਉਹਨਾਂ ਨੂੰ ਆਮਦਨ ਜ਼ਿਆਦਾ ਹੋਏਗੀ। मतलब जे तुसी चाहते हो कि पूर्ण रोजगार चाहिए ਤਾਂ ਕੀ ਕਰੋ, ਕੁੱਲ ਮੰਗ ਨੂੰ ਵਧਾਓ। ਹੁਣ ਆਪਾਂ ਕੁੱਲ ਮੰਗ ਨੂੰ ਵਧਾਉਣ ਵਾਸਤੇ ਕੀ ਕਰ ਸਕਦੇ ਹਾਂ, ਨਿਵੇਸ਼ ਨੂੰ ਵਧਾ ਸਕਦੇ ਹਾਂ। ਪਰ ਜੋ ਨਿਵੇਸ਼ ਦੀ ਗੱਲ ਕੇਨਸ ਕਰਦੇ ਨੇ ਉਹ ਨਿਵੇਸ਼ ਹੈ ਕਿਹੜਾ, ਉਹ ਨਿਵੇਸ਼ ਹੈ स्वचलित निवेश, यानी ऐसा निवेश ਜਿਹੜਾ ਸਰਕਾਰ ਕਰਦੀ ਹੈ। ਹੁਣ ਜੋ ਸਰਕਾਰ ਨਿਵੇਸ਼ ਕਰੇਗੀ ਉਹ ਕਿਵੇਂ ਕਰੇਗੀ, मैं अपने पिछले लेक्चर च गल क्लियर की थी भी अगर मान लो भी जरा स्वचालित निवेश है, अगर शुरुआत दे विच आ है सरकार ने बताना है तो सरकार का है तो पैरेलल है, आमदन ते निर्भरता करता कोई, यानी सरकार ने करना है आ शुरुआत दे विच जेडी आय सी एनु चक के कितना कर देना है, I1 कर देना है, यानी जो ऊपर शिफ्ट होएगा वो भी की होएगा, पैरेलल होएगा। जे सरकार ने इनको घटाना है तो की करेगी, इनको घटा के I2 बना देगी, मतलब जो थल्ले आएगा वो भी क्या आएगा, पैरेलल आएगा। यानी आ चीज जे ਵਧਣੀ है तभी पैरेलल ਵਧਣੀ है, जे घटनी है तभी पैरेलल घटनी है। यानी ਜਿਹੜੀ ਆਪਾਂ ਨਵੀਂ ਕੁੱਲ ਮੰਗ ਵਕਰ ਬਣਾਵਾਂਗੇ ਜੇ ਤਾਂ ਉਹ ਵੱਧ ਕੇ ਬਣ ਰਹੀ ਹੈ ਤਾਂ ਪੈरेलल ਉੱਤੇ, ਜੇ ਉਹ ਘਟ ਕੇ ਬਣ ਰਹੀ ਹੈ ਤਾਂ पैरेलल ਥੱਲੇ। बस ਇਹ ਚੀਜ਼ ਦਾ ਧਿਆਨ ਰੱਖਣਾ ਹੈ ਵੀ ਜਿਹੜੀ ਕੁੱਲ ਮੰਗ ਹੈ ਉਹ पैरेलल ਉੱਪਰ ਜਾਂ पैरेलल ਥੱਲੇ क्यों जाती है, यानी जो ऊपर जाएगी वो भी समानांतर जाएगी, जो नीचे आएगी वो भी समानांतर आएगी। क्यों आएगी, क्योंकि जिहड़ी नवी मंग वक्र बनन वाली है, देखो या तो ऊपर बन सकती है हेठा बन सकती है। जे ऊपर बनेगी मतलब कुल मंग वध गई, कुल मंग वधी तो किंदे करके वधी, निवेश करके वधी, निवेश ਵਧਿਆ ਹੋਏਗਾ ਤਾਂ ਉਹ ਕੀ ਹੋਏਗਾ, ਉਹ ਸਮਾਨਾਂਤਰ ਵਧਿਆ ਹੋਏਗਾ, ਇਸ ਕਰਕੇ ਕੁੱਲ ਮੰਗ ਵੀ ਸਮਾਨਾਂਤਰ ਵਧੀ ਹੋਏਗੀ। ਜੇ ਕੁੱਲ ਮੰਗ ਇਹਨਾਂ ਤੋਂ ਥੱਲੇ ਬਣ ਜਾਂਦੀ ਹੈ मतलब वो घट गई है, जे कुल मंग घटी है तो किंदे करके घटी होगी, निवेश करके। हुन जे निवेश घटिया होएगा तो निवेश थल्ले आया होएगा, समानांतर थल्ले आया होएगा। जे निवेश समानांतर घटिया है तो फिर कुल मंग भी समानांतर ही घटी होएगी। मतलब ਜਿਹੜੀ ਸ਼ੁਰੂਆਤ ਵਿੱਚ ਆਪਾਂ ਕੁੱਲ ਮੰਗ ਬਣਾਈ ਜਾਂ ਆਪਾਂ ਕੁੱਲ ਮੰਗ ਬਣਾਈ, ਅਗਰ ਆਪਾਂ ਨਵੀਂ ਮੰਗ ਵਕਰ ਬਣਾਵਾਂਗੇ ਜਾਂ ਤਾਂ ਇਹਦੇ ਤੋਂ ਉੱਤੇ ਬਣਾਵਾਂਗੇ ਜਾਂ ਇਹਦੇ ਤੋਂ ਥੱਲੇ ਬਣਾਵਾਂਗੇ, ਪਰ ਜਿਹੜੀ ਉੱਤੇ ਬਣੇਗੀ ਜਾਂ ਜਿਹੜੀ ਥੱਲੇ ਬਣੇਗੀ ਉਹਨੂੰ ਕੀ ਕਰਨਾ ਹੈ, ਉਹਨੂੰ ਪੈਰਲਲ ਬਣਾਉਣਾ ਹੈ, ਸਮਾਨਾਂਤਰ ਬਣਾਉਣਾ। ਹੁਣ ਆਪਾਂ ਇੱਕ ਡਾਇਗਰਾਮ ਚ ਲੈ ਲੈਣਾ, ਚਲੋ ਪਹਿਲਾਂ ਇਹਨੂੰ ਡਿਸਕਸ ਕਰ ਲੈਂਦੇ ਆ ਵੀ ਆਪਣੀ ਕੁੱਲ ਮੰਗ ਵਧ ਤਾਂ ਕੁੱਲ ਮੰਗ ਕਿਵੇਂ ਬਣੀ, ਕਿਉਂਕਿ ਸਰਕਾਰ ਨੇ ਨਿਵੇਸ਼ ਵਧਾਇਆ ਤਾਂ ਆਪਣੀ ਕੁੱਲ ਮੰਗ ਵੱਧ ਕੇ ਜਿਹੜੀ ਹੈ ਉਹ ਆ ਹੋਗੀ, ਉਹ ਬਣ ਗਈ AD1। ਹੁਣ ਇਹ ਕਿਵੇਂ ਹੋਈ ਬਣੀ ਹੋਏਗੀ, ਜਿੰਨਾ ਉਪਭੋਗ ਜਿੰਨਾ ਨਿਵੇਸ਼ ਪਹਿਲਾਂ ਹੈਗਾ ਸੀ ਉਹ ਤਾਂ ਹੈਗਾ ਹੀ ਸੀ, ਸਰਕਾਰ ਨੇ ਕੀ ਕੀਤਾ ਹੋਰ ਨਿਵੇਸ਼ ਕੀਤਾ, यानी निवेश की होया प्लस होया, यानी आ C+I सेम ने प्लस की किता डेल्टा I प्लस, यानी डेल्टा I, डेल्टा के अंदर बदलाव, I के अंदर निवेश, यानी निवेश विच बदलाव होया, पर जेड़ा बदलाव होया वो की होया प्लस होया, मतलब सरकार ने निवेश बदल के जोड़िया, यानी अपनी कुल मंग बढ़। ਹੁਣ ਮੈਂ ਪੁੱਛਾਂ ਵੀ ਨਿਵੇਸ਼ ਕਿੰਨਾ ਜੋੜਿਆ, ਤਾਂ ਸਿੰਪਲ ਹੈ, ਜਿੰਨੀ ਪਹਿਲਾਂ ਕੁੱਲ ਮੰਗ ਸੀ ਜਿੰਨੀ ਹੁਣ ਕੁੱਲ ਮੰਗ ਹੈ ਉਹਦਾ ਜਿਹੜਾ ਅੰਤਰ ਹੈ ਉਹੀ ਤਾਂ ਨਿਵੇਸ਼ ਜੋੜਿਆ। ਯਾਨੀ ਹੁਣ ਸਰਕਾਰ ਨੇ ਨਿਵੇਸ਼ ਜੋੜਿਆ, ਅਗਰ ਸ਼ੁਰੂਆਤ ਚ ਇੱਥੇ A ਸੀ ਤਾਂ ਇੱਥੇ ਕਿੰਨਾ ਆ ਗਿਆ B, ਮੈਂ ਕਹਾਂਗਾ ਸਰਕਾਰ ਨੇ ਕਿੰਨਾ ਨਵਾਂ ਨਿਵੇਸ਼ ਕੀਤਾ AB। ਹੁਣ ਉਹਦਾ ਸੰਤੁਲਨ ਕਿੱਥੇ ਆਇਆ, जिथे नवी कुल मंग ते पुरानी पूर्ति वक्र बराबर, यानी आ अपनी नवी कुल मंग वक्र बन गई ब्लू कलर वाली, एने कुल पूर्ति वक्र नु E1 ते कट कीता, अपना जेड़ा नवा संतुलन आया वो आया N2 ते। हुन ध्यान ਨਾਲ सोचो ते देखो
ਵੀ ਹੋਇਆ ਕੀ। ਨਿਵੇਸ਼ ਵਧਾਇਆ ਸੀ A ਤੋਂ B, ਆਪਣੀ ਆਮਦਨ ਰੋਜ਼ਗਾਰ ਜਿਹੜੇ ਨੇ ਉਹ ਵਧੇ N1 ਤੋਂ N2, ਯਾਨੀ ਨਿਵੇਸ਼ ਵਧਾਇਆ ਸੀ ਘੱਟ, ਆਮਦਨ ਰੋਜ਼ਗਾਰ ਉਤਪਾਦਨ ਵਧੇ ਜ਼ਿਆਦਾ। यानी जिन्ना निवेश ਵਧਾਇਆ आमदन उस तो ज्यादा ਵਧੀ। ਹੁਣ ਸੋਚੋ ਨਿਵੇਸ਼ ਵਧਾਇਆ, ਆਪਾਂ ਇੱਕ ਚਰ ਦਿੱਤੇ ਸੀ, ਕੀ ਹੋਇਆ? ਸਮਾਵੇਸ਼ ਹੋਇਆ। ਆਪਾਂ ਕਹਿੰਦੇ ਸੀ ਸਮਾਵੇਸ਼। ਸਮਾਵੇਸ਼ ਕੀ ਹੁੰਦਾ ਹੈ? ਉਹ ਪ੍ਰਵਾਹ ਚਰ ਨੇ ਜਿਹੜੇ ਆਮਦਨ ਦੇ ਉਤਪਾਦਨ ਦੇ ਚੱਕਰੀ ਪ੍ਰਵਾਹ ਨੂੰ ਵੱਡਾ ਕਰਦੇ ਨੇ, ਯਾਨੀ ਆਮਦਨ ਨੂੰ ਵੱਡਾ ਕਰਦੇ ਨੇ। ਨਿਵੇਸ਼ ਕੀ ਸੀ? ਨਿਵੇਸ਼ ਇੱਕ ਸਮਾਵੇਸ਼ ਸੀ। निवेश करके पैसा अर्थव्यवस्था दे विच आंदा है, ता निवेश करके अर्थव्यवस्था च पैसा आया। कितना आया? ए भी उन्हें की कीता? आमदन नु वधाया। कितना वधाया? N1 तो N2, यानी अपन निवेश वधाया घट ते आमदन वधी ज्यादा। हुन सोचो, जल्दी सोचो, अगर अपन ये कहने आ भी आपा किसी काम च पैसे ला रहे हैं, तो आपा क्यों लांदे? ਆਪਾਂ ਨਿਵੇਸ਼ ਕਿਉਂ ਕਰਦੇ? ताकि जिन्ना पैसा आपा लाइए, मतलब जिन्ना आपा निवेश करिए, आमदन उस तो ज्यादा मिले। जे आज किसी काम दे विच 100 रुपए लगाना, तो अगर आने वाले टाइम च ये लगता है कि 70 वापस आएंगे, मैं पैसे नहीं लगाऊंगा, मैं निवेश नहीं कराऊंगा। अगर लगता है कि आज 100 लगाना ते साल बाद 100 रुपए वापस आएंगे, मैं फिर भी नहीं लाऊंगा। जे आज 100 रुपए लगा के साल के बाद मैं 100 रुपए ही वापस लेने ने, फिर मैंने 100 रुपए लगाने का फायदा। पर अगर लगता है भी आज 100 रुपए लगाना तो साल बाद 200 वापस आएंगे, फिर पैसे लगेंगे। यानी निवेश जो बढ़ेगा तो आमदन बढ़ेगी, तो उस तो ज्यादा बढ़ेगी, क्योंकि निवेश होएगा ही ता भी जे उम्मीद होए आमदन उस तो ज्यादा मिलने वाली है। ता क्लियर है? यानी हम निवेश बढ़ाया इन्ना ते आमदन बढ़ी इन्नी, निवेश बढ़ाया घट आमदन बढ़ी ज्यादा। हुन इधर आ जाओ, इधर निवेश घटा के देख लेते हैं। जे निवेश घट गया तो कुल मांग की हो जाएगी? घट जाएगी। यानी नवी कुल मांग वक्कर पुरानी कुल मांग वक्कर दे थल्ले बनेगी, तो आ बन गई अपनी नवी कुल मांग वक्कर। बनानी पैरेलल है, आ एडी है, कितने बराबर है? जिन्ना उपभोग जमा निवेश पहला हैगा सी, हुन की करांगे माइनस डेल्टा है। सरकार ने निवेश विच बदलाव किया, पर जो बदलाव किया किंदे च किया? माइनस, मतलब सरकार ने निवेश घटाता। हुन अपनी कुल मांग ते कुल पूर्ति किथे बराबर ने? E1 ते कितने लोकां नूं काम मिलेगा? N2। हुन सोचो निवेश कितना घटया? एना अगर शुरुआत च A सी तो हुन B है, A भी घटया, अपनी आमदन कितनी घटी? एनी। यानी निवेश घटया पर आमदन उस तो ज्यादा घटी। निवेश बढ़या, आमदन उस तो ज्यादा बढ़ी। यही अपना आ कांसेप्ट है। यानी केन्स कहते हैं कि जदों तुसी अर्थव्यवस्था दे विच निवेश की मात्रा नूं बढ़ाओगे, तब तुहाडी आमदन पहला नालों वध जाएगी। पर जो आमदन बढ़ेगी वो निवेश तो ज्यादा बढ़ेगी। मतलब जिन्ना तुसी निवेश बढ़ाया सी, आमदन उस तो ज्यादा बढ़नी है। जेकर तुसी निवेश घटाता तो आमदन घटेगी, पर जिन्ना निवेश घटाया सी ना, आमदन उन्नी नहीं घटेगी, उस तो कई गुना ज्यादा घटेगी। चेक करो, निवेश का सिर्फ इतना पर घटाया सी, पर आमदन अपनी इतनी सारी घट गई। यानी निवेश थोड़ा जा घटाया, आमदन बहुत ज्यादा घट गई। यानी केन्स कहते हैं जिन्ना बदलाव तुसी निवेश दे विच करोगे, आमदन च उन्ना बदलाव नहीं आना, आमदन विच उस तो कई गुना ज्यादा बदलाव आएगा। ठीक है, तो वही गुना की है, गुणक है। तब इथों ही आपां अपना अगला कॉन्सेप्ट जिहड़ा है वो शुरू करते हैं, जो कि है निवेश गुणक। ता निवेश गुणक जिहड़ा आपां सिर्फ पहला निवेश गुणक ही समझांगे, इहदी प्रक्रिया आपां बाद च करांगे। ता निवेश गुणक की चीज है, दो शब्दां तो मिलकर बने हैं निवेश ते गुणक। सब तो पहला गल करते हैं गुणक। गुणक नूं आपां इंग्लिश दे विच कहने आ मल्टीप्लायर।
गुना करना, मल्टीप्लाई कितना है गुना करना, ठीक है। हुण कहता आप गुना कर रहे हैं, किनु कर रहे हैं निवेश नूं, यानी कहता है भी जिन्ना तुसी निवेश विच बदलाव करोगे ਜਿਹੜੀ ਤੁਹਾਡੀ ਆਮਦਨ ਹੈ ਉਹ ਓਨੀ ਨਹੀਂ ਵਧੇਗੀ ਜਾਂ ਓਨੀ ਨਹੀਂ ਘਟੇਗੀ, ਯਾਨੀ ਜਿੰਨਾ ਤੁਸੀਂ ਨਿਵੇਸ਼ ਦੇ ਵਿੱਚ ਬਦਲਾਵ ਕਰੋਗੇ ਆਮਦਨ ਦੇ ਵਿੱਚ ਓਨਾ ਬਦਲਾਵ ਨਹੀਂ ਆਣਾ। ਇਹ ਨਹੀਂਗਾ ਵੀ ਤੁਸੀਂ 100 ਕਰੋੜ ਦਾ ਨਿਵੇਸ਼ ਕੀਤਾ ਤਾਂ ਆਮਦਨ 100 ਕਰੋੜ ਆ ਗਈ, 200 ਕਰੋੜ ਦਾ ਨਿਵੇਸ਼ ਕੀਤਾ ਆਮਦਨ 200 ਕਰੋੜ ਆ ਗਈ, ਐਵੇਂ ਨਹੀਂ ਹੋਣਾ। ਜਿੰਨਾ ਤੁਸੀਂ ਨਿਵੇਸ਼ ਵਿੱਚ ਬਦਲਾਵ ਕਰੋਗੇ ਆਮਦਨ ਵਿੱਚ ਬਦਲਾਵ ਉਸ ਤੋਂ ਕਈ ਗੁਣਾ ਜ਼ਿਆਦਾ ਹੋਏਗਾ। ਜਿਵੇਂ ਹੁਣ ਆਪਾਂ ਡਾਇਗਰਾਮ 'ਚ ਦੇਖਿਆ ਸੀ ਵੀ ਆਪਾਂ ਨਿਵੇਸ਼ ਵਿੱਚ ਬਦਲਾਵ ਕਰ ਰਹੇ ਸੀ ਘੱਟ, ਆਮਦਨ 'ਚ ਬਦਲਾਵ ਹੋ ਰਿਹਾ ਸੀ ਜ਼ਿਆਦਾ, ਤਾਂ ਉਹ ਜਿਹੜਾ ਆਮਦਨ ਦਾ ਬਦਲਾਵ ਹੈ ਨਾ ਉਹ ਨਿਵੇਸ਼ ਵਿੱਚ ਹੋਣ ਵਾਲੇ ਬਦਲਾਵ ਤੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ। ਤਾਂ ਜਿੰਨੇ ਗੁਣਾ ਜ਼ਿਆਦਾ ਹੁੰਦਾ ਹੈ ਉਸ ਗੁਣਾ ਨੂੰ ਆਪਾਂ ਕੀ ਕਹਾਂਗੇ ਨਿਵੇਸ਼ ਗੁਣਾ ਕਹਾਂਗੇ। ਤਾਂ ਧਿਆਨ ਰੱਖਣਾ ਹੈ ਵੀ ਆਪਾਂ ਜੋ ਹੁਣ ਗੱਲ ਕਰ ਰਹੇ ਹਾਂ ਉਹ ਆਪਾਂ ਨਿਵੇਸ਼ ਗੁਣਕ ਦੀ ਗੱਲ ਕਰਦੇ ਹਾਂ। मतलब ਆਪਾਂ ਜਿੰਨਾ ਨਿਵੇਸ਼ ਵਧਾਵਾਂਗੇ ਸ਼ੁਰੂਆਤ ਚ ਆਪਾਂ ਕੀ ਕਰਾਂਗੇ ਨਿਵੇਸ਼ ਵਧਾਵਾਂਗੇ ਤਾਂ ਨਿਵੇਸ਼ ਵਧਣ ਨਾਲ ਆਮਦਨ ਵਧੇਗੀ ਪਰ ਕਈ ਗੁਣਾ ਜ਼ਿਆਦਾ ਵਧੇਗੀ। ਨਿਵੇਸ਼ ਘਟਣ ਨਾਲ ਆਮਦਨ ਘਟੇਗੀ ਪਰ ਕਈ ਗੁਣਾ ਜ਼ਿਆਦਾ ਘਟੇਗੀ। यानी ਆਪਾਂ ਸੰਬੰਧ ਕਿੰਨਾ ਨਿਕਾਲਦੇ ਪਿਆ ਨਿਵੇਸ਼ ਦੇ ਵਧਣ ਦਾ ਆਮਦਨ ਦੇ ਵਧਣ ਤੇ निवेश दे घटन दा आमदन दे घटन ते मतलब ਆਪਾਂ संबंध निकाल रहे हैं निवेश दा ते आमदन दा ਇਹਨੂੰ ਆਪਾਂ ਕਹਾਂਗੇ ਨਿਵੇਸ਼ ਗੁਣਕ। ਪਰ ਗੁਣਕ ਸਿਰਫ ਨਿਵੇਸ਼ ਗੁਣਕ ਨਹੀਂ ਹੁੰਦਾ, ਗੁਣਕ ਬੜੀ ਤਰ੍ਹਾਂ ਦਾ ਹੁੰਦਾ ਹੈ। ਉਹਨੂੰ ਆਪਾਂ ਵਿਦੇਸ਼ੀ ਵਪਾਰ ਗੁਣਕ ਹੁੰਦਾ ਹੈ, ਠੀਕ ਹੈ, ਰੋਜ਼ਗਾਰ ਗੁਣਕ ਹੁੰਦਾ ਹੈ, ਉਸ ਬਾਅਦ ਆਪਾਂ ਉਹਨੂੰ ਕ੍ਰੈਡਿਟ ਮਲਟੀਪਲਾਇਰ ਕਹਿੰਦੇ ਆ ਯਾਨੀ ਕਿ ਉਧਾਰ ਗੁਣਕ ਹੁੰਦਾ ਹੈ, ਬੜੀ ਤਰ੍ਹਾਂ ਦੇ ਗੁਣਕ ਹੁੰਦੇ ਨੇ। ਤਾਂ ਆਪਣੇ ਸਿਲੇਬਸ ਦੇ ਵਿੱਚ ਜੋ ਹੈ ਉਹ ਸਿਰਫ ਨਿਵੇਸ਼ ਗੁਣਕ ਹੈ। ਆਪਾਂ ਨਿਵੇਸ਼ ਗੁਣਕ ਦੀ ਹੀ ਗੱਲ ਕਰਨੀ ਹੈ। ਆਪਾਂ ਨਾ ਇਹਦਾ ਫਾਰਮੂਲਾ ਜੇ ਰੱਟਾ ਨਹੀਂ ਮਾਰਨਾ, ਫਾਰਮੂਲਾ ਆਮ ਤੌਰ ਤੇ ਗਲਤ ਹੋ ਜਾਂਦਾ ਹੈ, ਲੋਕ ਬੱਚੇ ਕੀ ਕਰਦੇ ਨੇ ਉਲਟਾ ਲਿਖ ਦਿੰਦੇ ਨੇ। ਤਾਂ ਹੁਣ ਆਪਾਂ ਇਹਦਾ ਫਾਰਮੂਲਾ ਜਿਹੜਾ ਹੈ ਨਾ ਉਹ ਇੱਕ ਵੈਲਿਊ ਨਾਲ ਆਪਾਂ ਕਲੀਅਰ ਕਰਾਂਗੇ, ਠੀਕ ਹੈ। ਪਰ ਉਸ ਤੋਂ ਪਹਿਲਾਂ ਨਿਵੇਸ਼ ਗੁਣਕ ਦਾ ਇੱਕ ਸਾਈਨ ਹੈ ਉਹ ਹੈ K। पर जरा K है ध्यान रखना कि वो कैपिटल K है, स्मॉल K नहीं पाना, छोटा K नहीं पाना, बड़ा K पाना। क्यों? क्योंकि निवेश गुणक का विचार सब तो पहला दिता सी केन्स ने, ता केन्स दे नाम तो K, ता निवेश गुणक का साइन की है K। ਜਦੋਂ ਵੀ ਨਿਵੇਸ਼ ਗੁਣਕ ਨੂੰ ਦਿਖਾਵਾਂਗੇ ਕਿੰਨੇ ਨਾਲ ਦਿਖਾਵਾਂਗੇ K ਦੁਆਰਾ ਦਿਖਾਵਾਂਗੇ। K ਹੋ ਗਿਆ ਤਾਂ ਮੈਂ ਕਹਾਂਗਾ ਕਿ K ਕਿੰਨੇ ਬਰਾबर है। ਹੁਣ ਇੱਕ ਬੜਾ ਸਿੰਪਲ ਜਿਹਾ ਸਵਾਲ ਹੈ ਮੇਰਾ, ਉਹ ਹੈ ਵੀ ਤੁਸੀਂ ਕੀ ਕੀਤਾ 100 ਰੁਪਏ ਦਾ ਨਿਵੇਸ਼ ਕੀਤਾ, 100 ਰੁਪਏ ਲਾਤੇ। ਹੁਣ ਕੇਨਸ ਕਹਿੰਦੇ ਆ ਕਿ ਜਿੰਨੇ ਲਾਏ ਆਮਦਨ ਉਸ ਤੋਂ ਕਈ ਗੁਣਾ ਜ਼ਿਆਦਾ ਮਿਲੇਗੀ, ਠੀਕ ਹੈ। ਤਾਂ ਤੁਸੀਂ 100 ਰੁਪਏ ਲਾਏ, ਉਹਦੇ ਬਦਲੇ ਜੋ ਤੁਹਾਨੂੰ ਆਮਦਨ ਮਿਲੀ ਉਹ ਮਿਲੀ 300 ਰੁਪਏ। ਤਾਂ ਲਾਏ ਕਿੰਨੇ 100 ਰੁਪਏ, ਮਿਲੀ ਕਿੰਨੀ 300 ਰੁਪਏ। मैं पूछा किन्ने गुना मिली तो तुसी कहोगे 100 रुपए लाए 300 मिल गए तो 3 गुना मिली। तो मैं कहा वो 3 जो है ना वो की है वो निवेश गुणक है। अगर 100 रुपए लाके तनु दे बदले 500 मिले होंगे तो किन्ने गुना मिले 5 गुना, तो निवेश गुणक 5। जे तुसी 100 लाके उनके बदले तनु 800 रुपया मिले होंदा किन्ने गुना मिले 8 गुना, तो मैं कहूंगा निवेश गुणक 8 है। जे 100 रुपए लाके 1000 रुपए मिले होंगे किन्ने गुना मिले 10 गुना, तो मैं कहूंगा निवेश गुणक 10 है। तब हुण आपां ਇਹਦਾ ਫਾਰਮੂਲਾ ਨਿਕਲ ਲੱਗਿਆ ਗਲਤੀ ਕਿਵੇਂ ਕਰ ਸਕਦੇ ਆ ਜਦੋਂ ਆਪਾਂ ਨੂੰ ਇਹ ਪਤਾ ਹੈ भी जेकर मैं 100 रुपए लगाए ने अगर उनके बदले मैनू 1000 रुपए मिले ने तो जिन्ने मैं लाए सी उनके मुकाबले 10 गुना मिले ने, तो मैं कह सी जिन्ने गुना मिलणगे वो गुना मल्टीप्लाई होएगी वो गुना गुणक होएगी। तो जे 10 गुना मिले ने तो निवेश गुणक का मुल 10 है। हुण बच्चे की करेंगे मैं पूछा निवेश गुणक का मुल कितना, वो फार्मूला लिखेंगे, वो लिखेंगे निवेश विच बदलाव बटा आमदन
बदलाव कितना आ गया 100 रुपए। मैं कहता अच्छा उनके बदले आमदन कितनी मिली सी उन्होंने सर 1000 रुपए। मैं कहता फिर थले लिख दो 1000 रुपए तो थले 1000 रुपए लिख देंगे। अच्छा मैं कहता सॉल्व करो वो कहेंगे 2 जीरो काट दिया आंसर 1/10। मैं कहता ऐसा आपने गुणक का बोलता 1/10 आ गया 1/10 यानी कि 0.1। तुस्ता मैंने क्या सी कि आमदन 10 गुना ज्यादा मिली है गुणक का मूल्य 10 से ਤੁਹਾਡੇ ਦੇ ਗੁਣਕ ਦਾ ਮੁੱਲ 0.1 का ही ਜਾਂਦਾ है। ਇੰਨਾ मतलब ਤੁਸੀਂ ਫਾਰਮੂਲਾ ਗੜਬੜ ਮਾਰਿਆ ਹੈ। ਗੜਬੜ ਕਿਉਂ ਮਾਰਿਆ ਹੈ? ਅਗਰ ਤੁਸੀਂ ਇਹ ਚਾਹੁੰਦੇ ਸੀ ਵੀ ਤੁਹਾਡਾ ਆਨਸਰ 10 ਆਵੇ ਤਾਂ ਕੀ ਕਰਨਾ ਸੀ 1000 ਰੁਪਏ ਨੂੰ 100 ਰੁਪਏ ਨਾਲ ਭਾਗ ਕਰਨਾ ਸੀ। ਹੁਣ 2 ਜ਼ੀਰੋ ਨਾਲ 2 ਜ਼ੀਰੋ ਕੱਟੀਆਂ ਗਈਆਂ ਆਨਸਰ ਹੁਣ ਗੁਣਕ ਦਾ 10 ਆਇਆ। यानी सोच के देखो मैं 100 रुपए लगा रहा उनके बदले मैंने 1000 रुपए मिलते पे ने मैं नॉर्मली कह रहा एक आम आदमी होने नाते जिन्हों गुणक दे फार्मूले का कुछ नहीं पता मैं ता कह रहा कि लो जी 100 लाए सी 1000 मिल गए 10 गुना मिले 10 गुना मिले तो मैं कहूंगा गुणक 10 एना मतलब आंसर 10 आना चाहिए ਤਾਂ ਤੁਸੀਂ ਮੈਨੂੰ ਵੈਸੇ ਦੱਸ ਰਹੇ ਹੋ ਵੀ ਆਨਸਰ ਸਰ 10 ਹੈ ਜੀ पर जो सॉल्व करते पे हो तो आंसर 1/10 सही है। गड़बड़ कितने मारी गड़बड़ हमारी होगी गुना कर लग गया या भाग कर लग गया फिर मेरी गड़बड़ मारी है। हम सोचो मैं की कीता कि आंसर मेरा 10 आया 10 क्यों आया क्योंकि मैं 100 ਨੂੰ 1000 ਨਾਲ ਭਾਗ ਨਹੀਂ ਕੀਤਾ मैं 1000 ਨੂੰ 100 ਨਾਲ ਭਾਗ ਦਿੱਤਾ यानी 1000 ਕੀ ਸੀ ਜੋ ਮੈਨੂੰ ਮਿਲਿਆ ਇਹ ਸੀ ਮੇਰੀ ਆਮਦਨ ਵਿੱਚ ਬਦਲਾਵ 100 रुपए की सी जो मैं लाए ए की सी ए से मेरे निवेश विच बदलाव यानी जो आप पहला लिखते पे सी वो लिखते पे सी निवेश विच बदलाव बटा आमदन विच बदलाव पर असल च की है वो है आमदन विच बदलाव बटा निवेश विच बदलाव। हुन देख ਤੁਹਾਡੀ आमदन कितनी बदली सी 1000 रुपए ਤੁਸੀਂ निवेश कितना बदलिया सी 100 रुपए 2 जीरो में 2 जीरो कैंसिल करो आंसर 10 आया कि नहीं आया यही तो गुणक है। तब फार्मूला लिखने लग गया गड़बड़ नहीं करनी हमेशा आमदन विच बदलाव ਨੂੰ निवेश विच बदलाव ਨਾਲ ਭਾਗ करना है ऊपर निवेश विच बदलाव ਤੇ ਥੱਲੇ आमदन ਚ बदलाव आया ਤਾਂ फार्मूला गया। ਇਹ ਚੀਜ਼ ਦਾ ਧਿਆਨ ਰੱਖਣਾ है। वैसे लॉजिक भी है इस चीज ਵਿੱਚ लॉजिक ही है। अब एक फार्मूला बनाया ਸੀ ਜਿੱਦਾਂ ਮੈਂ ਗੱਲ ਕਹੀ ਸੀ ਵੀ ਹਮੇਸ਼ਾ ਨਾ ਦੋ ਤਰ੍ਹਾਂ ਦੇ ਚਰ ਹੁੰਦੇ ਨੇ एक ਹੁੰਦੇ ਨੇ ਸੁਤੰਤਰ ਚਰ ਇੱਕ ਹੁੰਦੇ ਨੇ ਨਿਰਭਰ ਚਰ। ਸੁਤੰਤਰ ਚਰ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਬਦਲਾਅ ਆਉਂਦਾ ਹੈ ਨਿਰਭਰ ਚਰ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਾਅਦ ਵਿੱਚ ਬਦਲਾਅ ਆਉਂਦਾ ਹੈ। ਹੁਣ ਜੇ ਆਪਾਂ ਘਰ ਬਣਾਉਂਦੇ ਆ ਤਾਂ ਘਰ ਬਣਾਉਣ ਦੇ ਟਾਈਮ ਤੇ ਜਿਹੜਾ ਸੁਤੰਤਰ ਚਰ ਹੈ ਉਹ ਕੀ ਹੈ ਉਹ ਆਪਣੇ ਘਰ ਦੀ ਨੀਂਹ ਜਿਹੜੀ ਆਪਾਂ ਨੀਂਹ ਰੱਖਦੇ ਆ ਜਿੰਨੀ ਨੀਂਹ ਆਪਣੇ ਘਰ ਦੀ ਮਜ਼ਬੂਤ ਹੋਏਗੀ ਆਪਣਾ ਘਰ ਉਡਾ ਹੀ ਮਜ਼ਬੂਤ ਹੋਏਗਾ। यानी अपना घर निर्भर करता है किंदे ते अपने घर दी नींव ते नींव हमेशा थल्ले होती है ता हमेशा देखो आमदन कितना बदलेगी जिन्ना तुसी निवेश बदलोगे ता पहला की बदलोगे निवेश पहला निवेश बदलोगे पैसे किसी काम दे विच लाओगे ताई कानू पैसे मिलने ने ताई आमदन होनी है बिना लाए आमदन नहीं हो जानी यानी पहला की करना पड़ेगा निवेश बदलना पड़ेगा तो निवेश की हो गया स्वतंत्र चर हो गया तो स्वतंत्र चर हमेशा के अंदर थल्ले होते हैं तो निवेश विच बदलाव ਨੂੰ भी रखना है थल्ले ते आमदन च बदलाव ਨੂੰ रखना है उत्ते ठीक हो गया। तो हुन ਜਿਹੜਾ भी बदलाव है ਉਹਨੂੰ ਆਪਾਂ ਹਮੇਸ਼ਾ ਕਿੰਨੇ ਦੁਆਰਾ ਦਿਖਾਉਂਦੇ ਆ ਡੈਲਟਾ ਤਾਂ ਆ ਆਮਦਨ ਚ ਬਦਲਾव है ਤਾਂ ਡੈਲਟਾ y आ की है निवेश विच बदलाव तो ये हो जाएगा डेल्टा आई यानी कि अपने गुणक का फार्मूला की है डेल्टा y अपॉन डेल्टा i ये अपने गुणक का फार्मूला है। हम ਤੁਸੀਂ कोई मर्जी वैल्यू पुट करो ਤੁਹਾਡੇ गुणक की वैल्यू आ जाएगी। जे अगर मैं कहां कि मैं 200 रुपए का निवेश किया ਤਾਂ ਜਦੋਂ मैं 200 ਦਾ ਨਿਵੇਸ਼ ਕੀਤਾ मैं 200 ਕਰੋੜ ਲਾਏ ਉਹਦੇ ਬਦਲੇ ਮੈਨੂੰ 800 ਕਰੋੜ ਆਏ। ਹੁਣ बिना सॉल्व किते सोचो लाए कितने 200 करोड़ आए कितने 800 करोड़ कितने गुना है 4 गुना तो गुणक 4 तो हुन आए कितने 800 यानी आमदन च बदलाव कितना होया 800 आंसर कितना 4 ਤਾਂ ਇਸ ਤਰ੍ਹਾਂ ਆਪਾਂ ਗੁਣਕ ਦਾ ਮੁੱਲ ਜਿਹੜਾ ਹੈ ਉਹ ਨਿਕਾਲ ਸਕਦੇ ਹਾਂ।
ठीक है। ਹੁਣ ਇੱਕ ਫਾਰਮੂਲਾ ਹੋ ਰਿਹਾ ਗੁਣਕ ਦੇ ਸਿਰਫ ਦੋ ਹੀ ਫਾਰਮੂਲੇ ਪੂਰੇ ਚੈਪਟਰ ਸਿਰਫ ਦੋ ਹੀ ਫਾਰਮੂਲੇ ਚੱਲਣਗੇ। ਇੱਕ ਫਾਰਮੂਲੇ ਚ ਉਹ ਇਹ ਕਹਿੰਦਾ ਹੈ ਵੀ ਜਿਹੜਾ ਵੀ ਗੁਣਕ ਹੈ ਉਹਦਾ ਕਿੰਦੇ ਨਾਲ ਸੰਬੰਧ ਹੈ सीमांत उपभोग प्रवृत्ति ਦੇ ਨਾਲ ਸੰਬੰਧ ਹੈ। ਠੀਕ ਹੈ ਗੁਣਕ ਤੇ सीमांत उपभोग प्रवृत्ति ਦਾ संबंध कहता गुणक कितना होएगा मतलब मैं क्या कि मैं 100 रुपए लाए ਉਹਦੇ ਬਦਲੇ ਮੈਨੂੰ 500 ਮਿਲੇ ਲਾਏ 100 ਮਿਲੇ 500 ਤਾਂ ਕਿੰਨੇ ਗੁਣਾ ਮਿਲੇ 5 ਗੁਣਾ ਮੈਂ ਕਹਾਂਗਾ ਗੁਣਕ ਕਿੰਨਾ 5 कहना हुने कितना होएगा गुणक 5 आएगा 6 आएगा 7 आएगा मतलब जितने पैसे तुसी लाए सी उस तो ਤੁਹਾਨੂੰ किन्ने गुना मिलणगे 2 गुना 4 गुना 10 गुना 20 गुना किन्ने मिलणगे ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਵੀ ਤੁਹਾਡੀ ਅਰਥ ਵਿਵਸਥਾ ਦੇ ਵਿੱਚ ਸੀਮਾਂਤ ਉਪਭੋਗ ਪ੍ਰਵਰਤੀ ਕਿੰਨੀ ਹੈ। ਹੁਣ ਸੀਮਾਂਤ ਉਪਭੋਗ ਪ੍ਰਵਰਤੀ ਕੀ ਹੁੰਦੀ ਹੈ ਚੈਪਟਰ ਨੰਬਰ 5 ਦੇ ਵਿੱਚ ਤਾਂ ਪਹਿਲਾਂ ਤਾਂ ਇਹਦਾ ਹੀ ਫਾਰਮੂਲਾ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਆ ਕਿ ਸੀਮਾਂਤ ਉਪਭੋਗ ਪ੍ਰਵਰਤੀ ਜਿਹੜੀ ਹੈ ਉਹ ਕੀ ਚੀਜ਼ ਹੈ। ਸਭ ਤੋਂ ਪਹਿਲਾਂ ਦੇਖੋ ਉਪਭੋਗ ਪ੍ਰਵਰਤੀ ਹੈ सीमांत को जो सिर्फ ये सोचो उपभोग प्रवृत्ति प्रवृत्ति की होता है प्रवृत्ति का स्वभाव किंदा स्वभाव उपभोग दा तो पहला तो भोग लिख लो हुन उपभोग किन्ना करना है किन्नियां चीजां वरतनियां ने उनका स्वभाव ਤਾਂ ਆਪਾਂ ਕਿੰਨਾ उपभोग करांगे ਆਪਾਂ ਕਿੰਨੀਆਂ ਚੀਜ਼ਾਂ ਵਰਤਾਂਗੇ ਉਹ ਕਿਸ ਗੱਲ ਤੇ ਨਿਰਭਰ ਕਰਦਾ ਹੈ ਉਹ ਆਪਣੀ ਆਮਦਨ ਤੇ ਨਿਰਭਰ ਕਰਦਾ ਹੈ यानी मेरे को आमदन होएगी ताकि तो भोग करांगा ता उपभोग प्रवृत्ति के बराबर है उपभोग बटा आमदन। मैं सीमांत की गल नहीं करदा मैं गल सिर्फ उपभोग प्रवृत्ति की कर रहा उपभोग दा स्वभाव उपभोग पर रखा उपभोग किन्ने ते निर्भर करदा है अपनी आमदन ते निर्भर करदा है तो आमदन दा लिखा ठीक है। हुन आ जाओ सीमांत ते सीमांत की होंदा बदलाव एक होर ता हुन ये कहना उपभोग प्रवृत्ति नहीं लिखनी उनका बदलाव लिखना है तो ऊपर भी की लिखता उपभोग विच बदलाव थल्ले की लिखता आमदन विच बदलाव का ये फार्मूला कितना बन गया सीमांत उपभोग प्रवृत्ति का फार्मूला बन गया। ऑलरेडी आप अपने पिछले लेक्चर्स दे विच ਇਹਨੂੰ कर चुके हैं किवें सपोज करो कहना ਤੁਹਾਡੀ आमदन 100 रुपया बदल गई तो आमदन विच बदलाव 100 हुन ध्यान नाल फिर देखो पहला आमदन बदलेगी फिर आपका खर्चा बदलेगा तो पहला जो बदलिया वो की हो गया स्वतंत्र चर हो गया थल्ले रखा है उपभोग उनके ते निर्भर करता है तो उपभोग निर्भर चर है तो ऊपर रखा हुआ है तो मेरी आमदन 100 रुपए बदलेगी। हुन जी मेरी आमदन 100 रुपए बदली है मैं कहने ऐ कर दिया भी 100 रुपए आमदन बदली है विचों ना 30 रुपए का मैं बचा लेना भी कल लोड़ ना पै जाए तो 30 रुपए का मैं बचा लेना 70 रुपए खर्च कर देने तो 100 रुपए की आमदन दे मैं दो हिस्से किए एक हिस्सा मैं उपभोग किया एक हिस्सा मैं बचाया तो मैं उपभोग कितना किया 70 रुपए का बचाए कितने 30 रुपए तो मैं उपभोग विच बदलाव कितना किया 70 ता 0 ना 0 कटेगी आंसर आया 0.7 वो की है मेरी सीमांत उपभोग प्रवृत्ति है। अगर आप चाहिए तो एक चीज और निकाल सकते हैं मैं तो सीमांत बचत प्रवृत्ति भी निकाल सकता हुन सोचो सीमांत बचत प्रवृत्ति यानी बचत दा स्वभाव तो ऊपर ही रख लेना बचत हुन मैं कितनी बचत करांगा एक कितने पे निर्भर करता है आमदन तो बचत प्रवृत्ति बन गई बचत बटा आमदन हुन की लिखे सीमांत एक होता है बदलाव तो ऊपर भी क्या आ जाएगा बचत विच बदलाव थल्ले की हो गया आमदन विच बदलाव। हुन सोचो ऊपर वाली एग्जांपल को चकांगे आमदन कितनी बदली सी 100 रुपए तो 100 आ गया 100 रुपए ਦੇ ਵਿੱਚੋਂ ਮੈਂ 70 रुपए ਦਾ ਤਾਂ ਮੈਂ ਉਪਭੋਗ ਕਰ ਲਿਆ ਸੀ मेरी 70 रुपए तो मैं खा पी गया बचाए कितने सी 30 रुपए तो मेरी बचत च बदलाव कितना आया 30 0 ना 0 कट्टी आंसर कितना आया 0.3
ਉਹਦਾ 0.7 ਉਹਦਾ 0.3 ਅਗਰ ਮੈਂ ਸੀਮਾਂਤ ਉਪਭੋਗ ਪ੍ਰਵਰਤੀ ਤੇ ਸੀਮਾਂਤ ਬਚਤ ਪ੍ਰਵਰਤੀ ਨੂੰ ਜੋੜ ਦਿਆਂ यानी मैं 0.7 जमा 0.3 करा तो आंसर कितना 1 याद रखो फार्मूला आप ऑलरेडी कर चुके हैं कि सीमांत उपभोग प्रवृत्ति प्लस सीमांत बचत प्रवृत्ति का जोड़ हमेशा 1 के बराबर होता है अगर दोनों चों एक दी वैल्यू पता है तो दूसरे दी वैल्यू अपने आप निकल जाएगी ਇਹ ਤਾਂ ਮੈਂ ਸੋਲਵ ਕੀਤਾ 0.3 ਨਾ ਵੀ ਸੋਲਵ ਕਰਦਾ ਤਾਂ ਵੀ ਆਨਸਰ ਆ ਜਾਂਦਾ ਕਿਵੇਂ ਇਹਦਾ ਆਨਸਰ 0.7 ਹੈ ਮੈਨੂੰ ਪਤਾ ਹੈ ਕਿ ਇਹਨਾਂ ਦੋਨਾਂ ਦਾ ਜੋੜ 1 ਦੇ ਬਰਾਬਰ ਹੈ ਜੇ ਇਹ 0.7 ਹੈ ਤੇ ਅਲਟੀਮੇਟਲੀ ਇਹ 0.3 ਹੋਣਾ ਹੀ ਸੀ ਯਾਨੀ ਇੱਥੋਂ ਆਪਾਂ ਕੀ ਕੀਤਾ ਇੱਕ ਫਾਰਮੂਲਾ ਜਿਹੜਾ ਹੈ ਉਹ ਹੋਰ ਬਣਾ ਸਕਦੇ ਆ ਉਹ ਕੀ ਹੈ ਉਹ ਹੈ ਕਿ सीमांत उपभोग प्रवृत्ति प्लस सीमांत बचत प्रवृत्ति दा जोड़ कितने बराबर होता है 1 दे ऐसा मतलब अगर मैं सीमांत उपभोग प्रवृत्ति दा मूल पता करना है सपोज करो ऐसा मूल पता करना है जिंदा पता करना है तो खब्बे पासे रख ले फिर एन की करेगा चाके उधर ले जाएगा एक पे आ प्लस है उधर जाके क्या हो जाएगा माइनस ता एक माइनस की हो जाएगा सीमांत बचत प्रवृत्ति यानी सीमांत उपभोग प्रवृत्ति कितने बराबर होगी एक दे विचों सीमांत बचत प्रवृत्ति माइनस कर दो अगर सपोज करो कि मैं सीमांत बचत प्रवृत्ति का मूल पता करना है तो वो कितने बराबर होएगा आ इधर एक पे मैं s का मूल पता करना है n जाके उधर ले जाओ a इधर प्लस है उधर जाके क्या हो जाएगा माइनस दा तो अगर मैं एक दे विचों सीमांत उपभोग प्रवृत्ति का मूल घटा दिया तो क्या आएगा उस सीमांत बचत प्रवृत्ति आएगी यानी जदों मैं ये कहना कि गुणक जिहड़ा है वो सीमांत उपभोग प्रवृत्ति दे नाल संबंधित है ता इनडायरेक्टली अप्रत्यक्ष रूप से मैं ये भी कह रहा भी जिहड़ा गुणक है वो सीमांत बचत प्रवृत्ति दे नाल भी संबंधित है क्यों क्योंकि सीमांत उपभोग प्रवृत्ति ते सीमांत बचत प्रवृत्ति दोनों जुड़े हुए हैं एक दूसरे नाल वक्रे वक्रे नहीं है यानी जदों ਆਪਾਂ गुणक ਦਾ सीमांत उपभोग प्रवृत्ति ਨਾਲ संबंध ਕੱਢਾਂਗੇ ਤਾਂ ਅਲਟੀਮੇਟਲੀ ਆਪਾਂ गुणक ਦਾ सीमांत बचत प्रवृत्ति ਨਾਲ ਵੀ संबंध ਕੱਢਾਂਗੇ ਹੁਣ ਇਹ ਕਹਿੰਦੇ ਹੈ कि ਜਿਹੜਾ गुणक है ना उनका एक फार्मूला और भी है ਉਹਦੇ ਮੁਤਾਬਿਕ ਜਿਹੜਾ गुणक है ਉਹਦਾ सीमांत उपभोग प्रवृत्ति ਦੇ ਨਾਲ ਸਿੱਧਾ ਸੰਬੰਧ ਹੈ ਤੇ ਉਹ ਫਾਰਮੂਲਾ ਕੀ ਕਹਿੰਦੇ ਨੇ ਉਹ ਕਹਿੰਦੇ ਫਾਰਮੂਲਾ ਜੀ 1/1 MPC यानी 1/1 सीमांत उपभोग प्रवृत्ति ठीक है अगला एमपीसी है क्या है मार्जिनल प्रोपेंसिटी टू कंज्यूम मार्जिनल मतलब सीमांत प्रोपेंसिटी मतलब प्रवृत्ति कंज्यूम मतलब उपभोग हुन सपोज करो मैं कहना भी ਤੁਹਾਡੀ सीमांत उपभोग प्रवृत्ति 0.5 है ਤਾਂ ਆਪਾਂ ਕੀ ਕਰਦੇ ਆ ਇੱਥੇ 1 ਦੇ ਵਿੱਚੋਂ 0.5 ਘਟਾ ਦੇਣਾ मैं सीमांत उपभोग प्रवृत्ति का मूल्य कितना पुट करता 0.5 1/0.5 1/5/10 उल्टा कर दो तो 10/5 गुणक का मूल्य कितना आ गया 2 जे मैं कहां कि ਤੁਹਾਡੀ सीमांत उपभोग प्रवृत्ति ਜਿਹੜੀ ਹੈ ਉਹਦਾ ਮੁੱਲ ਜਿਹੜਾ ਹੈ ਉਹ 0.9 ਹੈ ਉਹ ਦੇਖੋ मैं सीमांत उपभोग प्रवृत्ति ਵਧਾਤੀ मतलब पहला मेरी जितनी आमदन ਹੁੰਦੀ ਪਈ ਸੀ मैं ਉਹਦਾ 0.5 यानी कि ਅੱਧਾ उपभोग करता पैसा ਹੁਣ मैं ਉਹਦਾ 0.9 यानी कि 90% उपभोग करता ਪਿਆ आ 50% है आ 90% है मैं उपभोग की कर रहा हूं ज्यादा कर रहा है ना मेरी सीमांत उपभोग प्रवृत्ति ज्यादा है ना तो हम देखो गुणक का मूल्य कितना होया 1 -0.9 यानी सीमांत उपभोग प्रवृत्ति था ते की लिखता 0.9 1 ਦੇ ਵਿੱਚੋਂ 0.9 ਗਏ ਤਾਂ 0.1 1/1/10 उल्टा कर दो 10/1 गुणक का मूल देखो 10 आ गया यानी इधरों मैं की कीता सीमांत उपभोग प्रवृत्ति ਵਧਾਈ ਤੇ इधरों मेरे गुणक का मूल्य भी की हो गया
वध गया। जे मैं कहां कि मेरी सीमांत भोग प्रवृत्ति जिहड़ी है वो 0.2 है, 0.5 तो घटा के 0.2 वध यानी पहला मैं 50% ਦਾ उपभोग करदा पिया सी, हुण मैं 20% ਦਾ उपभोग करदा पिया, मतलब मैं उपभोग पहला नालों घट कर रहा। वैल्यू पुट करके देखते हैं 1/1 माइनस 0.2 1/0.8 1/8/10 10/8 2 ਤੇ ਕੱਟੋ 5 4 5/4 1.25 देखो ਤੁਹਾਡੇ ਗੁਣਕ ਦਾ ਮੁੱਲ ਜਿਹੜਾ ਪਹਿਲਾਂ 2 ਸੀ ਹੁਣ ਘਟ ਕੇ ਕਿੰਨਾ ਰਹਿ ਗਿਆ 1.25 ਰਹਿ ਗਿਆ, ਯਾਨੀ ਗੁਣਕ ਦਾ ਮੁੱਲ ਕੀ ਹੋ ਗਿਆ ਘਟ ਗਿਆ। ਹੁਣ ਇਸ ਤੋਂ ਇਹ ਤਾਂ ਕਲੀਅਰ ਹੋ ਗਿਆ ਵੀ ਜੇ ਸੀਮਾਂਤ ਭੋਗ ਪ੍ਰਵਰਤੀ ਵਧੀ ਤਾਂ ਗੁਣਕ ਦਾ ਮੁੱਲ ਵਧਿਆ, सीमांत भोग प्रवृत्ति घटी तो गुणक का मूल घटिया, यानी सीमांत उपभोग प्रवृत्ति दा गुणक दे नाल सीधा संबंध है। सीमांत उपभोग प्रवृत्ति ज्यादा गुणक का मूल ज्यादा, सीमांत उपभोग प्रवृत्ति घट गुणक का मूल घट, दोनों इक्को पासे जाणगे संबंध सिद्ध है। हुण इस संबंध सिद्धा दा है पर इहदे विच दो क्वेश्चन आते हैं। पहला क्वेश्चन ये उठा कि फार्मूला किवें बने, ਆਪਾਂ ਤਾਂ ਕਿਹਾ ਸੀ ਵੀ ਜਿਹੜਾ ਗੁਣਕ ਦਾ ਫਾਰਮੂਲਾ ਹੈ ਉਹ ਤਾਂ ਹੈ ਡੈਲਟਾ y ਅਪਨ ਡੈਲਟਾ i, ਆ ਤਾਂ ਆਪਾਂ ਬਣਾ ਲਿਆ ਸੀ। ਮਿਲੋ ਜੀ ਨਿਵੇਸ਼ ਬਦਲਿਆ 100 ਆਮਦਨ ਬਦਲੀ 200 ਤਾਂ ਗੁਣਕ ਆ ਗਿਆ 2, ਕਿਉਂਕਿ ਆਮਦਨ ਤੁਹਾਨੂੰ 2 ਗੁਣਾ ਜ਼ਿਆਦਾ ਮਿਲੀ ਹੈ ਤਾਂ ਗੁਣਕ 2 ਹੈ। ਆ ਫਾਰਮੂਲਾ ਕਿਵੇਂ ਬਣਿਆ, ਇਹ ਪਹਿਲਾ ਕੁਐਸਚਨ ਹੈ। ਦੂਜਾ ਕੁਐਸਚਨ ਇਹ ਹੈ ਵੀ ਸੀਮਾਂਤ ਭੋਗ ਪ੍ਰਵਰਤੀ ਦਾ ਗੁਣਕ ਦੇ ਨਾਲ ਸਿੱਧਾ ਸੰਬੰਧ ਹੁੰਦਾ ਕਿਉਂ ਹੈ, ਇਹ ਕਿਉਂ ਆਨਸਰ ਇੱਥੇ ਜ਼ਿਆਦਾ ਆਇਆ, ਇੱਥੇ ਇਹਨੂੰ ਘਟਾਉਣ ਦੇ ਨਾਲ ਆਨਸਰ ਕਿਉਂ ਘੱਟ ਆਇਆ, ਤਾਂ ਇਹ ਦੋ ਕੁਐਸਚਨ ਦੇ ਆਨਸਰ ਜਿਹੜੇ ਨੇ ਉਹ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਲਵਾਂਗੇ। ਉਮੀਦ ਹੈ ਤੁਹਾਨੂੰ ਗੁਣਕ ਦਾ ਜਿਹੜਾ ਕਨਸੈਪਟ ਹੈ, ਗੁਣਕ ਦਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਹੋ ਗਿਆ ਹੋਵੇਗਾ। ਅਗਰ ਗੁਣਕ ਦਾ ਮੀਨਿੰਗ ਕਲੀਅਰ ਹੋ ਗਿਆ ਤਾਂ ਬਾਕੀ ਚੀਜ਼ਾਂ ਸਮਝਣੀਆਂ ਬਹੁਤ ਆਸਾਨ ਨੇ, ਫਿਰ ਆਪਾਂ ਆਪਣੇ ਅਗਲੇ ਲੈਕਚਰ 'ਚ ਡਿਸਕਸ ਕਰਾਂਗੇ। ਉਮੀਦ ਹੈ ਤੁਹਾਨੂੰ ਲੈਕਚਰ अच्छा लगा होगा तो चैनल को सब्सक्राइब जरूर करिया जे, लाइक ते शेयर भी करिया जे। थैंक यू वेरी मच।